जो तोड़ने वाली शक्तियां हैं, जो आतंक के बलबूते साम्राज्य खड़ा करने वाली सोच है, वो किसी कालखंड में कुछ समय के लिए भले हावी हो जाए, लेकिन उसका अस्तित्व कभी स्थायी नहीं होता। ਹਾਂਜੀ ਪਿਆਰੇ ਦਰਸ਼ਕੋ, ਅਫਗਾਨਿਸਤਾਨ ਦੀ ਧਰਤੀ ਉੱਤੇ ਤਾਲਿਬਾਨੀ ਅੱਤਵਾਦੀਆਂ ਵੱਲੋਂ ਕਬਜ਼ਾ ਕਰ ਲਏ ਜਾਣ ਤੋਂ ਬਾਅਦ ਦੇਸ਼ ਵਿਦੇਸ਼ ਵਿੱਚ ਭਾਰਤ ਦੇ ਪ੍ਰਤੀਕਰਮ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਇਸ ਮਾਮਲੇ ਉੱਤੇ ਬੜੀ ਗਹਿਰੀ ਚਰਚਾ ਚੱਲ ਰਹੀ ਸੀ ਕਿ ਹੁਣ ਭਾਰਤ ਨੂੰ ਤਾਲਿਬਾਨ ਤੋਂ ਖਤਰਾ ਪੈਦਾ ਹੋ ਗਿਆ ਹੈ। ਪਾਕਿਸਤਾਨ ਅਤੇ ਚੀਨ ਉਸ ਦੀ ਪਿੱਠ ਉੱਤੇ ਆ ਖੜੇ ਨੇ। ਅਜਿਹੇ ਹਾਲਾਤ ਵਿੱਚ ਜਦੋਂ ਕਿ ਅਮਰੀਕਾ ਵਰਗਾ ਮੁਲਕ ਛੱਡ ਕੇ ਵਿੱਚ ਹੀ ਮੁਹਿੰਮ ਨੂੰ ਆਪਣੇ ਵਾਪਸ ਘਰ ਜਾਣ ਲਈ ਮਜਬੂਰ ਹੋ ਗਿਆ ਹੈ, ਤਾਂ ਉਸ ਹਾਲਾਤ ਵਿੱਚ ਭਾਰਤ ਦਾ ਕੀ ਪ੍ਰਤੀਕਰਮ ਹੋਏਗਾ? ਕੀ ਭਾਰਤ ਤਾਲਿਬਾਨ ਵਰਗੇ ਕੱਟੜਵਾਦ ਸਮਰਥਕ ਸੰਗਠਨ ਦੇ ਨਾਲ ਦੋ ਹੱਥ ਕਰਨ ਲਈ ਤਿਆਰ ਹੋਏਗਾ, ਜਾਂ ਉਹ ਉਸ ਦੇ ਨਾਲ ਸਾਂਝ ਪਿਆਲੀ ਪਾ ਕੇ ਵਕਤ ਪਾਸ ਕਰਨ ਦੀ ਰਣਨੀਤੀ ਅਪਣਾਏਗਾ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲ ਹੀ ਵਿੱਚ ਉਹਨਾਂ ਨੇ ਇੱਕ ਵਰਚੁਅਲ ਬੈਠਕ ਦੌਰਾਨ ਜੋ ਆਪਣੇ ਤੇਵਰ ਦਿਖਾਏ ਨੇ, ਜਿਸ ਤਰੀਕੇ ਨਾਲ ਉਹਨਾਂ ਨੇ ਅਜਿਹੇ ਅੱਤਵਾਦੀਆਂ ਦਾ, ਅਜਿਹੇ ਜ਼ੋਰ ਜ਼ਬਰ ਕਰਨ ਵਾਲਿਆਂ ਦਾ ਇਤਿਹਾਸ ਵਿੱਚ ਜ਼ਿਕਰ ਕੀਤਾ ਹੈ ਔਰ ਦੱਸਿਆ ਹੈ ਕਿ ਇਹ ਬਹੁਤ ਥੋੜ੍ਹੇ ਚਿਰ ਦੇ ਹਾਲਾਤ ਹੁੰਦੇ ਨੇ। ਤੇ ਉਸ ਤੋਂ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰ ਭਾਰਤ ਸਰਕਾਰ ਨੇ ਅਫਗਾਨਿਸਤਾਨ ਉੱਤੇ ਤਾਲਿਬਾਨ ਉੱਤੇ ਆਪਣੀ ਰਣਨੀਤੀ ਜਿਹੜੀ ਆ ਉਹ ਫਾਈਨਲ ਕਰ ਲਈ ਹੈ। ਤੇ ਆਓ ਸੁਣਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਨਾਥ ਮੰਦਿਰ ਦਾ ਹਵਾਲਾ ਵੀ ਦਿੱਤਾ, ਉਹਨਾਂ ਨੇ ਭਾਰਤ ਦੇ ਇਤਿਹਾਸ ਦਾ ਹਵਾਲਾ ਵੀ ਦਿੱਤਾ, ਤੇ ਉਹਨਾਂ ਨੇ ਇਸ ਮਾਮਲੇ ਉੱਤੇ ਕਿਹੋ ਜਿਹਾ ਰੁਖ ਅਖਤਿਆਰ ਕੀਤਾ, ਇਹ ਤੁਸੀਂ ਉਹਨਾਂ ਤੋਂ ਦੇਖ ਸਕਦੇ ਹੋ ਕਿ ਉਹਨਾਂ ਦੀ ਜੋ ਬੋਡੀ ਲੈਂਗੁਏਜ ਹੈ ਉਹ ਕੀ ਬਿਆਨ ਕਰ ਰਹੀ ਹੈ, ਜਿਸ ਤੋਂ ਭਾਰਤ ਦਾ ਰੁਖ ਸਪਸ਼ਟ ਹੋ ਗਿਆ ਹੈ। ਤੇ ਲੱਗਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਤਾਲਿਬਾਨੀਆਂ ਨੂੰ, ਜਿਨ੍ਹਾਂ ਨੇ ਕਿ ਉੱਥੋਂ ਦੀ ਜਨਤਾ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ, ਉਹਨਾਂ ਨੂੰ ਲੈਣੇ ਦੇ ਦੇਣੇ ਵੀ ਪੈ ਸਕਦੇ ਨੇ। ਆਓ ਦੇਖਦੇ ਹਾਂ ਇਸ ਮਾਮਲੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹ ਬਿਆਨ, ਜਿਸ ਦੇ ਸੁਣਨ ਤੋਂ ਬਾਅਦ ਸਾਰੀ ਦੁਨੀਆ ਦੰਦਾਂ ਹੇਠ ਜੀਭ ਦਬਾ ਕੇ ਬਹਿ ਗਈ ਹੈ ਔਰ ਭਾਰਤ ਨੂੰ ਇੱਕ ਆਉਣ ਵਾਲੇ ਸਮੇਂ ਦਾ ਜਿਹੜਾ ਉਹ ਬਹੁਤ ਵੱਡਾ ਅਸੀਂ ਕਹਿ ਸਕਦੇ ਜਿਵੇਂ ਵਿਸ਼ਵ ਗੁਰੂ ਦੀ ਜਿਹੜੀ ਹੈ ਉਸ ਵਾਂਗ ਦੇਖਣਾ ਸ਼ੁਰੂ ਕਰਤਾ ਹੈ। ਆਓ ਦੇਖਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਹ ਪੂਰਾ ਭਾਸ਼ਣ ਸੁਣਦੇ ਹਾਂ। जो तोड़ने वाली शक्तियां हैं, जो आतंक के बलबूते साम्राज्य खड़ा करने वाली सोच है, वो किसी कालखंड में कुछ समय के लिए भले हावी हो जाए, लेकिन उसका अस्तित्व कभी स्थायी नहीं होता। वो ज्यादा दिनों तक मानवता को दबाकर नहीं रख सकती। ये बात जितनी तब सही थी जब कुछ आतताई सोमनाथ को गिरा रहे थे, उतनी ही सही आज भी है जब विश्व ऐसी विचारधाराओं से आशंकित है। साथियों, सोमनाथ तो सदियों से सदाशिव की भूमि रही है और हमारे यहां शास्त्रों में कहा गया है, शम करोति सह शंकरः, अर्थात जो कल्याण को, जो सिद्धि को प्रदान करे वो शिव है। ये शिव ही है जो विनाश में भी विकास का बीज अंकुरित करते हैं, संहार में भी सृजन को जन्म देते हैं। इसलिए शिव अविनाशी है, शिव अव्यक्त है और शिव अनादि है। और इसलिए तो शिव को अनादि योगी कहा गया है। इसलिए शिव में हमारी आस्था हमें समय की सीमाओं से परे हमारे अस्तित्व का बोध कराती है, हमें समय की चुनौतियों से जूझने की शक्ति देती है। और सोमनाथ का ये मंदिर हमारे इस आत्मविश्वास का एक प्रेरणा स्थल है। साथियों, आज दुनिया में कोई भी व्यक्ति इस भव्य संरचना को देखता है तो उसे केवल एक मंदिर ही नहीं दिखाई देता, उसे
एक ऐसा अस्तित्व दिखाई देता है जो सैकड़ों हजारों सालों से प्रेरणा देता रहा है, जो मानवता के मूल्यों की घोषणा कर रहा है। एक ऐसा स्थल जिसे हजारों साल पहले हमारे ऋषियों ने प्रभास क्षेत्र यानी प्रकाश का, ज्ञान का क्षेत्र बताया था। बोले सोनिहार